Welcome to the competitive English. Today we will learn basic terms of English part 3 sentence. ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਸੈਂਟੈਂਸ ਕੀ ਹੁੰਦਾ। ਜਿਵੇਂ ਕਿ ਅਸੀਂ ਪਿਛਲੀ ਵੀਡੀਓ ਵਿੱਚ ਮੈਂ ਤੁਹਾਨੂੰ ਦਿੱਤਾ ਸੀ ਇੱਕ ਛੋਟੀ ਜੀ ਮਤਲਬ ਕਿ ਉਹਦੀ ਡੈਫੀਨੇਸ਼ਨ ਦੱਸੀ ਸੀ। A group of words arranged in proper order to give complete sense। ਕੀ ਹੁੰਦਾ ਸੈਂਟੈਂਸ? ਇੱਕ group of words ਹੁੰਦਾ ਜਿਹੜਾ ਅਰੇਂਜ ਕੀਤਾ ਹੁੰਦਾ ਇੱਕ ਪ੍ਰੋਪਰ ਆਰਡਰ ਦੇ ਵਿੱਚ। ਜਿਵੇਂ ਦੇਖੋ ਐਗਜ਼ਾਮਪਲਸ ਦੇ ਥਰੂ ਦੇਖਦੇ ਆ ਕਿ ਫਰੈਂਡਸ ਗੁੱਡ ਆਰ ਦੇ, ਤਾਂ ਇਸ ਦਾ ਕੋਈ ਸੈਂਸ ਨਿਕਲਦੀ ਆ? ਨੋ, ਕੋਈ ਸੈਂਸ ਨਹੀਂ ਨਿਕਲਦੀ। ਦੇਖੋ ਕੋਈ ਮੀਨਿੰਗ ਸਾਨੂੰ ਸਮਝ ਨਹੀਂ ਆ ਰਿਹਾ। ਬਟ ਅਗਰ ਅਸੀਂ ਕਹੀਏ, ਅਗਰ ਅਸੀਂ ਇਸ ਨੂੰ ਪ੍ਰੋਪਰ ਵੇ ਦੇ ਵਿੱਚ ਲਗਾ ਦਈਏ, ਦੇ ਆਰ ਗੁੱਡ ਫਰੈਂਡਸ, ਕਿ ਉਹ ਚੰਗੇ ਦੋਸਤ ਹਨ, ਹੁਣ ਇਸ ਦੀ ਇੱਕ ਸੈਂਸ ਨਿਕਲ ਰਹੀ ਹੈ। ਤਾਂ ਇਹਦਾ ਮਤਲਬ ਕੀ ਆ ਕਿ ਇਹ ਇਸ ਦੀ ਹੁਣ ਇੱਕ ਸੈਂਸ ਆ ਰਹੀ ਆ। ਤਾਂ ਇਹ ਇੱਕ ਸੈਂਟੈਂਸ ਹੈ, ਪ੍ਰੋਪਰ ਅਰੇਂਜ ਕੀਤਾ ਹੋਇਆ ਵਰਡਸ ਦਾ ਗਰੁੱਪ ਹੈ। ਨੈਕਸਟ ਦੇਖੋ, ਹੀ ਇਜ਼ ਮਾਈ ਬ੍ਰਦਰ, ਉਹ ਮੇਰਾ ਭਰਾ ਹੈ। ਤਾਂ ਇਹਦੀ ਵੀ ਇੱਕ ਸੈਂਸ ਨਿਕਲਦੀ ਆ। ਤਾਂ ਇਟ ਮੀਨਸ ਇਹ ਕੀ ਹੈ? ਇੱਕ ਸੈਂਟੈਂਸ ਆ। ਆਈ ਬਾਊਟ ਅ ਪੈਨਸਲ, ਮੈਂ ਇੱਕ ਪੈਨਸਿਲ ਖਰੀਦੀ। ਤਾਂ ਇਹ ਵੀ ਇੱਕ ਕੀ ਆ? ਮੀਨਿੰਗ ਦੇ ਰਿਹਾ। ਤਾਂ ਇਹ ਇੱਕ ਪ੍ਰੋਪਰ ਕੀ ਹੈ? ਸੈਂਟੈਂਸ ਆ। ਤਾਂ ਹੁਣ ਅਸੀਂ ਸਿੱਖਾਂਗੇ। ਤਾਂ ਦੇਖੋ ਅਸੀਂ ਕੀ ਦੇਖਿਆ, ਅ ਸੈਂਟੈਂਸ ਸ਼ੁੱਡ ਆਲਵੇਜ਼ ਬਿਗਨ ਵਿਦ ਦ ਕੈਪੀਟਲ ਲੈਟਰ। ਆਪਾਂ ਪਿੱਛੇ ਸੈਂਟੈਂਸਸ ਦੇਖ ਕੇ ਆਏ ਆ, ਤਾਂ ਉਹਦੇ ਵਿੱਚ ਕੀ ਸੀ? ਹਰ ਸੈਂਟੈਂਸ ਦੇਖੋ, ਹਰ ਸੈਂਟੈਂਸ ਕਿੱਥੋਂ ਸ਼ੁਰੂ ਹੋ ਰਿਹਾ, ਕਿਵੇਂ ਸ਼ੁਰੂ ਹੋ ਰਿਹਾ? ਇੱਕ ਕੈਪੀਟਲ ਲੈਟਰ ਤੋਂ। ਐਂਡ ਉਸ ਤੋਂ ਅੱਗੇ ਦੇਖੋ, ਹੀ ਅੱਗੇ ਦੇਖੋ, ਆਈ ਵੀ ਕੈਪੀਟਲ, ਤਾਂ ਸਾਰਿਆਂ ਦਾ ਜਿਹੜਾ ਪਹਿਲਾ ਅੱਖਰ ਕੀ ਆ? ਕੈਪੀਟਲ ਆ। ਐਂਡ ਜੋ ਮਤਲਬ ਕਿ ਇੱਕ ਸਪੈਸੀਫਿਕ ਆਰਡਰ ਦੇ ਵਿੱਚ ਨੇ, ਉਹਨਾਂ ਦੇ ਲਾਸਟ ਦੇ ਵਿੱਚ ਜਾਂ ਤਾਂ ਫੁੱਲ ਸਟਾਪ ਲੱਗਿਆ ਹੋਇਆ। ਤਾਂ ਇਹਦਾ ਮਤਲਬ ਕੀ ਆ ਕਿ ਇੱਕ ਸੈਂਟੈਂਸ ਦੇ ਵਿੱਚ ਕੀ ਪ੍ਰੋਪਰਟੀਜ਼ ਹੋਣੀਆਂ ਚਾਹੀਦੀਆਂ ਨੇ? ਇੱਕ ਤਾਂ ਉਹਦਾ ਪਹਿਲਾ ਅੱਖਰ ਕੈਪੀਟਲ, ਮਤਲਬ ਉਹਦਾ ਪਹਿਲਾ ਲੈਟਰ ਕੈਪੀਟਲ ਹੋਣਾ ਚਾਹੀਦਾ, ਐਂਡ ਲਾਸਟ ਵਿੱਚ ਉਸਦੇ ਫੁੱਲ ਸਟਾਪ ਲੱਗਿਆ ਹੋਣਾ ਚਾਹੀਦਾ। ਅਗਰ ਕਿਸੇ ਨੂੰ ਕੁਐਸਚਨ ਪੁੱਛ ਰਹੇ ਆ, ਸੈਂਟੈਂਸ ਆਪਾਂ ਜੇ ਕਿਸੇ ਨੂੰ ਸਵਾਲ ਪੁੱਛ ਰਹੇ ਆ, ਤਾਂ ਉਹਦੇ ਪਿੱਛੇ ਕੁਐਸਚਨ ਮਾਰਕ ਵੀ ਹੋਣਾ ਚਾਹੀਦਾ। ਅਗਰ ਆਪਾਂ ਕਿਸੇ ਨੂੰ ਐਕਸਕਲੇਮੇਸ਼ਨ, ਕੋਈ ਆਪਣੇ ਮਤਲਬ ਇਮੋਸ਼ਨ ਸ਼ੇਅਰ ਕਰ ਰਹੇ ਆ, ਤਾਂ ਉਸਦੇ ਪਿੱਛੇ ਕਿਹੜਾ ਮਾਰਕ ਲੱਗਦਾ? ਐਕਸਕਲੇਮੇਸ਼ਨ। ਹਾਂਜੀ, ਉਸ ਤੋਂ ਅੱਗੇ ਅਸੀਂ ਸਿੱਖਾਂਗੇ ਸੈਂਟੈਂਸ ਸਟਰਕਚਰ। ਜਿੱਦਾਂ ਕਿ ਸਾਨੂੰ ਪਤਾ ਹੈ ਕਿ ਜਿਹੜੇ ਸੈਂਟੈਂਸ ਨੇ, ਆਪਾਂ ਪੰਜਾਬੀ ਵਿੱਚ ਵੀ ਪੜ੍ਹਦੇ ਹਾਂ, ਵਾਕ ਦੋ ਤਰ੍ਹਾਂ ਨਾਲ ਵੰਡੇ ਜਾਂਦੇ ਨੇ, ਇੱਕ ਬਣਤਰ ਦੇ ਆਧਾਰ ਤੇ, ਇੱਕ ਕੰਮ ਦੇ ਆਧਾਰ ਤੇ। ਤਾਂ ਅੱਜ ਜਿਹੜਾ ਅਸੀਂ ਵਾਕ ਜਿਹੜਾ ਹੁਣ ਅਸੀਂ ਕਰ ਰਹੇ ਹਾਂ ਨਾ, ਇਹ ਅਸੀਂ ਪਹਿਲਾਂ ਬਣਤਰ ਦੇ ਆਧਾਰ ਤੇ ਸਿੱਖ ਰਹੇ ਹਾਂ। ਠੀਕ ਹੈ ਜੀ, ਬਣਤਰ ਦੇ ਸਟਰਕਚਰ ਦੇ ਬੇਸ ਤੇ ਆਪਾਂ ਹੁਣ ਸੈਂਟੈਂਸ ਨੂੰ ਡਿਫਾਈਨ ਕਰ ਰਹੇ ਹਾਂ। ਤਾਂ ਜਿਹੜੇ ਸੈਂਟੈਂਸ ਨੇ ਉਹ 2 ਟਾਈਪਸ ਦੇ ਹੁੰਦੇ ਨੇ, ਇੱਕ ਬਾਏ ਪਰਪਸ, ਇੱਕ ਬਾਏ ਸਟਰਕਚਰ। ਬਾਏ ਪਰਪਸ ਆਪਾਂ ਅਗਲੀ ਵੀਡੀਓ ਵਿੱਚ ਦੇਖਾਂਗੇ, ਐਂਡ ਬਾਏ ਸਟਰਕਚਰ ਅੱਜ ਅਸੀਂ ਸਿੱਖ ਰਹੇ ਹਾਂ। ਤਾਂ ਜਿਹੜੇ ਸਟਰਕਚਰ ਦੇ ਮਤਲਬ ਕਿ ਬੇਸ ਤੇ ਸੈਂਟੈਂਸ ਹੁੰਦੇ ਨੇ, 4 ਟਾਈਪ ਹੁੰਦੇ ਨੇ, ਸਿੰਪਲ ਸੈਂਟੈਂਸ, ਕੰਪਾਊਂਡ, ਕੰਪਲੈਕਸ ਐਂਡ ਕੰਪਾਊਂਡ ਕੰਪਲੈਕਸ। ਤਾਂ ਬਹੁਤ ਹੀ ਈਜ਼ੀ ਆ, ਦੇਖਦੇ ਹਾਂ ਜੀ ਅੱਗੇ। ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਸਿੰਪਲ ਸੈਂਟੈਂਸ ਤੋਂ। ਸਿੰਪਲ ਸੈਂਟੈਂਸ ਕੀ ਹੁੰਦਾ? A sentence that consists of one independent clause, ਜਿਸ ਦੇ ਵਿੱਚ ਇੱਕ ਇੰਡੀਪੈਂਡੈਂਟ ਕਲੌਜ਼ ਹੁੰਦੀ ਆ। ਆਪਾਂ ਕੱਲ ਚੈਪਟਰ ਕੀਤਾ ਸੀ ਕਲੌਜ਼ ਵਾਲਾ। ਕਲੌਜ਼ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਸੀ। ਤਾਂ ਜੇ ਉਹਨਾਂ ਦੇ ਨਾਲ ਹੀ ਆਪਾਂ ਇਸ ਨੂੰ ਜੁਆਇੰਟ ਕਰਕੇ ਅੱਜ ਇਹ ਵਾਲਾ ਵੀ ਆਪਣਾ ਟੌਪਿਕ ਕੰਪਲੀਟ ਕਰਾਂਗੇ। ਜਿਵੇਂ ਆਪਾਂ ਨੂੰ ਪਤਾ ਸੀ ਕਿ ਇੰਡੀਪੈਂਡੈਂਟ ਕਲੌਜ਼ ਕਿਹੜੀ ਹੁੰਦੀ ਆ, ਜਿਸ ਆਪਾਂ ਇੱਕ ਫੈਮਿਲੀ ਦੀ ਐਗਜ਼ਾਮਪਲ ਲਈ ਸੀ ਕਿ ਫੈਮਿਲੀ ਦੇ ਵਿੱਚ ਕੀ ਹੁੰਦਾ? ਇੱਕ ਫੈਮਿਲੀ ਦੇ ਵਿੱਚ ਇੱਕ ਪੇਰੈਂਟਸ ਹੁੰਦੇ ਨੇ ਐਂਡ ਇੱਕ ਬੱਚੇ ਹੁੰਦੇ ਨੇ। ਤਾਂ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਕੀ ਹੁੰਦੇ ਨੇ? ਇੰਡੀਪੈਂਡੈਂਟ ਹੁੰਦੇ ਨੇ। ਤਾਂ ਉਹਨਾਂ ਨੂੰ ਆਪਾਂ ਇੰਡੀਪੈਂਡੈਂਟ ਕਲੌਜ਼ ਸਮਝ ਲੈਂਦੇ ਆ। ਤਾਂ ਸੇਮ ਇੱਥੇ ਹੀ ਆ ਕਿ ਇੱਕ ਜਿਹੜੀ ਸਿੰਪਲ ਸੈਂਟੈਂਸ ਆ, ਇਹਦੇ ਵਿੱਚ ਓਨਲੀ ਪੇਰੈਂਟਸ ਹੁੰਦੇ ਨੇ, ਮਤਲਬ ਓਨਲੀ ਪੇਰੈਂਟਸ ਹੁੰਦੇ ਨੇ ਇਸ ਦੇ ਵਿੱਚ। ਠੀਕ ਹੈ ਜੀ, ਇਹ ਤੁਸੀਂ ਨੇ ਗੱਲ ਯਾਦ ਰੱਖਣੀ ਹੈ ਕਿ ਇਸ ਦੇ ਵਿੱਚ ਕੀ ਹੁੰਦੇ ਨੇ? ਓਨਲੀ ਪੇਰੈਂਟਸ ਹੁੰਦੇ ਨੇ। ਠੀਕ ਹੈ ਜੀ, ਤਾਂ ਇਸ ਨੂੰ ਇੰਡੀਪੈਂਡੈਂਟ ਕਲੌਜ਼ ਹੁੰਦੀ ਹੈ ਇਹਦੇ ਵਿੱਚ। ਤਾਂ ਇਹਦੋਂ ਪਤਾ ਲੱਗ ਗਿਆ ਕਿ ਸਿੰਪਲ ਸੈਂਟੈਂਸ ਜਿਹੜਾ ਹੁੰਦਾ ਇਹ ਇੰਡੀਪੈਂਡੈਂਟ ਕਲੌਜ਼ ਹੀ ਹੁੰਦਾ। ਇੰਡੀਪੈਂਡੈਂਟ ਕਲੌਜ਼ ਨੂੰ ਹੀ ਆਪਾਂ ਸਿੰਪਲ ਸੈਂਟੈਂਸ ਕਹਿ ਸਕਦੇ ਹਾਂ, ਕਿਉਂਕਿ ਕੀ ਹੁੰਦਾ ਸੀ? ਆਪਾਂ ਕੱਲ ਦੇਖਿਆ ਸੀ ਕਿ ਇੰਡੀਪੈਂਡੈਂਟ ਕਲੌਜ਼ ਦੇ ਵਿੱਚ ਕੀ ਸੀ? ਇੰਡੀਪੈਂਡੈਂਟ ਕਲੌਜ਼ ਦੇ ਵਿੱਚ ਇੱਕ ਸਬਜੈਕਟ ਦਾ ਹੋਣਾ ਜ਼ਰੂਰੀ ਸੀ, ਇੱਕ ਵਰਬ ਦਾ ਹੋਣਾ ਜ਼ਰੂਰੀ ਸੀ। ਮੀਨਜ਼ ਕੀ ਸੀ? ਇੱਕ ਸਬਜੈਕਟ ਪਲੱਸ ਵਰਬ ਕੰਬੀਨੇਸ਼ਨ ਜ਼ਰੂਰੀ ਸੀ। ਸੇਮ ਸੈਂਟੈਂਸ ਦੇ ਵਿੱਚ ਵੀ ਹੁੰਦਾ। ਤਾਂ ਸਿੰਪਲ ਸੈਂਟੈਂਸ ਦੇ ਵਿੱਚ ਇੰਡੀਪੈਂਡੈਂਟ ਕਲੌਜ਼ ਦਾ ਹੋਣਾ ਜ਼ਰੂਰੀ ਹੈ। ਹਾਂਜੀ, ਐਗਜ਼ਾਮਪਲਸ ਥਰੂ ਦੇਖਦੇ ਹੋ। ਸ਼ੀ ਰਾਈਟਸ ਲੈਟਰ,
ਆਪਾਂ ਨੂੰ ਇੱਕ ਲਾਈਨ ਲਿਖੀ ਹੋਈ ਹੈ, ਇੱਕ ਸੈਂਟੈਂਸ ਲਿਖਿਆ ਜਿਹਦੇ ਵਿੱਚ she ਦੇਖੋ ਸਬਜੈਕਟ ਹੈ। ਸਬਜੈਕਟ ਕੀ ਹੁੰਦਾ ਰਾਜੇ? ਸਬਜੈਕਟ ਹੁੰਦਾ ਡੂਅਰ, ਜਿਹਨੂੰ ਆਪਾਂ ਕਹਿੰਦੇ ਆ ਜੋ ਐਕਸ਼ਨ ਪ੍ਰਟੈਂਡ ਕਰਦਾ। ਠੀਕ ਹੈ ਜੀ, ਜੋ ਵੀ ਇੱਕ ਆਪਾਂ ਵਾਕ ਦੇ ਵਿੱਚ ਕਹੀਏ, ਸੈਂਟੈਂਸ ਦੇ ਵਿੱਚ ਜੋ ਵੀ ਐਕਸ਼ਨ ਕਰ ਰਿਹਾ ਜਾਂ ਜਿਸ ਦੇ ਦੁਆਰਾ ਐਕਸ਼ਨ ਕੀਤਾ ਜਾਂਦਾ ਉਹਨੂੰ ਆਪਾਂ ਕਹਿੰਦੇ ਆ ਸਬਜੈਕਟ ਜਾਂ ਡੂਅਰ। ਜੋ ਉਸ ਦੇ ਵਿੱਚ ਐਕਸ਼ਨ ਹੋ ਰਿਹਾ ਤਾਂ ਅੱਗੇ ਦੇਖੋ ਆਪਾਂ ਨੂੰ ਪਤਾ ਕਿ ਇੱਕ ਜਿਹੜਾ ਸਿੰਪਲ ਸੈਂਟੈਂਸ ਹੈ, ਇੱਕ ਸਿੰਪਲ ਸੈਂਟੈਂਸ ਸਬਜੈਕਟ ਵਰਬ ਪਲੱਸ ਆਬਜੈਕਟ ਔਰ ਅਦਰ ਵਰਡ ਦਾ ਕੰਬੀਨੇਸ਼ਨ ਹੁੰਦਾ। ਤਾਂ ਸਬਜੈਕਟ ਸਾਨੂੰ ਪਤਾ ਲੱਗ ਗਿਆ ਜੋ ਐਕਸ਼ਨ ਕਰਦਾ, ਜੋ ਐਕਸ਼ਨ ਹੋ ਰਿਹਾ। ਵਰਬ ਕੀ ਹੁੰਦਾ? ਕੰਮ, ਡੂਇੰਗ ਵਰਡ। ਤਾਂ ਵਰਬ ਨੂੰ ਆਪਾਂ ਡੂਇੰਗ ਵਰਡਸ ਵੀ ਕਹਿ ਦਿੰਦੇ, ਆਪਾਂ ਛੋਟੇ ਹੁੰਦੇ ਪੜ੍ਹਦੇ ਹਾਂ ਨਾ ਡੂਇੰਗ ਵਰਡਸ। ਤਾਂ ਵਰਬ ਇੱਕ ਡੂਇੰਗ ਵਰਡ ਆ, ਮਤਲਬ ਜੋ ਕੰਮ ਸੈਂਟੈਂਸ ਦੇ ਵਿੱਚ ਹੋ ਰਿਹਾ ਉਹ ਇੱਕ ਵਰਬ ਹੁੰਦਾ। ਆਬਜੈਕਟ ਕੀ ਹੁੰਦਾ? ਜਿਸ ਦੇ ਉੱਪਰ ਕੰਮ ਕੀਤਾ ਜਾਂਦਾ, ਜਿਸ ਦੇ ਉੱਪਰ ਕੰਮ ਕੀਤਾ ਜਾਂਦਾ ਉਸ ਨੂੰ ਆਪਾਂ ਕਹਿੰਦੇ ਆ ਆਬਜੈਕਟ ਜਾਂ ਫਿਰ ਅਦਰ ਵਰਡ। ਠੀਕ ਹੈ ਜੀ, ਚਲੋ ਇਹ ਵੀ ਇੱਕ ਵਾਰ ਆਪਾਂ ਹੁਣ ਦੇਖਦੇ ਹਾਂ ਐਗਜ਼ਾਮਪਲਸ ਦੇ ਥਰੂ। ਤਾਂ ਕਹਿੰਦੇ she writes letter, ਤਾਂ ਇਹਦੇ ਵਿੱਚ ਦੇਖੋ she ਕੀ ਹੈ? ਇੱਕ ਸਬਜੈਕਟ, ਰਾਈਟਸ ਕੀ ਆ? ਵਰਬ। ਹੁਣ ਆਪਾਂ ਨੂੰ ਪਤਾ ਚੱਲ ਗਿਆ ਕਿ ਇਹ ਐਕਸ਼ਨ ਕਰ ਰਿਹਾ, ਇਹ ਇੱਕ ਐਕਸ਼ਨ ਹੋ ਰਿਹਾ, ਜੋ ਐਕਸ਼ਨ ਹੋ ਰਿਹਾ। ਤਾਂ ਹੁਣ ਜਦੋਂ ਆਪਾਂ ਪਤਾ ਕਰਨਾ ਕਿ ਆਬਜੈਕਟ ਕੀ ਆ, ਆਬਜੈਕਟ ਕੀ ਹੈ, ਤਾਂ ਆਬਜੈਕਟ ਪਤਾ ਕਰਨ ਦੇ ਲਈ ਆਪਾਂ what ਲਗਾ ਕੇ ਕੁਐਸਚਨ ਪੁੱਛ ਸਕਦੇ ਹਾਂ, who ਲਗਾ ਕੇ ਪੁੱਛ ਸਕਦੇ ਹਾਂ, ਐਂਡ whom ਲਗਾ ਕੇ ਪੁੱਛ ਸਕਦੇ ਹਾਂ। she writes what, ਤਾਂ ਆਪਾਂ ਨੂੰ ਆਨਸਰ ਮਿਲ ਰਿਹਾ ਲੈਟਰ। ਤਾਂ ਇਟ ਮੀਨਸ ਇਹ ਕੀ ਆ? ਆਬਜੈਕਟ। ਓਕੇ, ਨੈਕਸਟ ਦੇਖੋ ਇਟ ਇੱਕ ਸਬਜੈਕਟ ਹੋ ਗਿਆ, ਇਜ਼ ਇੱਕ ਵਰਬ ਹੋ ਗਿਆ, ਐਂਡ ਡਾਰਕ ਆਪਾਂ ਚੈੱਕ ਕਰਦੇ ਕਿ ਇਹ ਆਬਜੈਕਟ ਹੈ ਜਾਂ ਆਬਜੈਕਟ ਨਹੀਂ ਹੈ, ਕਿਉਂਕਿ ਸੈਂਟੈਂਸ ਜ਼ਰੂਰੀ ਨਹੀਂ ਕਿ ਆਬਜੈਕਟ ਹੋਵੇ, ਆਬਜੈਕਟ ਜ਼ਰੂਰੀ ਨਹੀਂ ਹੈ। ਇਟ ਇਜ਼ ਡੈਸ਼, ਇਟ ਇਜ਼ ਵਾਟ, ਇਟ ਇਜ਼ ਡਾਰਕ, ਆਪਾਂ ਨੂੰ ਆਪਣੇ ਵਾਟ ਦਾ ਆਨਸਰ ਮਿਲ ਰਿਹਾ। ਤਾਂ ਇਟ ਮੀਨਸ ਇਹ ਕੀ ਹੈ? ਇੱਕ ਆਬਜੈਕਟ ਹੈ। ਨੈਕਸਟ ਦੇਖੋ she went to Delhi, ਤਾਂ ਇਹਦੇ ਵਿੱਚ she ਕੀ ਹੈ? ਇੱਕ ਸਬਜੈਕਟ, went ਕੀ ਹੈ? ਇੱਕ ਵਰਬ, she went what, she went what, ਆਪਾਂ ਨੂੰ ਇਸ ਦਾ ਆਨਸਰ ਨਹੀਂ ਮਿਲਿਆ। she went ਆਪਾਂ ਨੂੰ ਇਸ ਦਾ ਆਨਸਰ ਨਹੀਂ ਮਿਲਿਆ what ਦਾ। ਤਾਂ ਇਟ ਮੀਨਸ to Delhi ਆਪਣਾ ਆਬਜੈਕਟ ਨਹੀਂ ਹੈ, to Delhi ਆਪਣਾ ਆਬਜੈਕਟ ਨਹੀਂ ਹੈ। ਓਕੇ, ਕਿਉਂਕਿ ਆਪਾਂ ਨੂੰ ਇਸ ਦਾ ਆਨਸਰ ਨਹੀਂ ਮਿਲਿਆ what, ਤਾਂ ਜ਼ਰੂਰੀ ਨਹੀਂ ਹੈ ਕਿਉਂਕਿ ਦਿੱਲੀ ਤੇ ਆਪਣਾ ਜਿਹੜਾ ਕੰਮ ਉਹ ਦਿੱਲੀ ਤੇ ਨਹੀਂ ਹੋ ਰਿਹਾ, ਐਕਸ਼ਨ ਦਿੱਲੀ ਤੇ ਨਹੀਂ ਹੋ ਰਿਹਾ। ਠੀਕ ਹੈ, ਅਗਰ ਉਹ ਕਹਿੰਦੇ she went to Delhi by train, ਬਾਈ ਟ੍ਰੇਨ, ਤਾਂ ਆਪਾਂ ਨੂੰ ਆਪਣਾ ਐਕਸ਼ਨ ਕਿਤੇ ਹੋ ਰਿਹਾ ਸੀ? ਟ੍ਰੇਨ ਤੇ। ਠੀਕ ਹੈ ਜੀ, ਨੈਕਸਟ ਦੇਖੋ he sang at the party, he ਕੀ ਆ? ਸਬਜੈਕਟ, sang ਕੀ ਆ? ਵਰਬ। ਅਗਰ ਆਪਾਂ ਆਬਜੈਕਟ ਦੇਖਣਾ ਹੋਵੇ ਤਾਂ ਆਪਾਂ ਕਹਾਂਗੇ he sang what, ਆਪਾਂ ਨੂੰ ਕੋਈ ਆਨਸਰ ਨਹੀਂ ਮਿਲਿਆ। ਅਗਰ ਉਹ ਕਹਿੰਦੇ he sang a song, he sang a song, ਠੀਕ ਹੈ, ਤਾਂ ਆਪਾਂ ਨੂੰ ਆਪਣਾ ਆਨਸਰ ਮਿਲਣਾ ਸੀ ਅਗਰ ਅ ਸੌਂਗ ਲਿਖਿਆ ਹੁੰਦਾ, ਆਪਾਂ ਨੂੰ ਆਪਣੇ ਵਰਡ ਦਾ ਆਨਸਰ ਮਿਲਦਾ। ਤਾਂ ਆਬਜੈਕਟ ਇਸ ਸੈਂਟੈਂਸ ਦੇ ਵਿੱਚ ਵੀ ਨਹੀਂ ਆ, ਇਹ ਅਦਰ ਵਰਡ ਹੈ। ਓਕੇ ਜੀ, ਆਈ ਹੋਪ ਕਿ ਇੱਥੇ ਤੱਕ ਤੁਹਾਨੂੰ ਸਮਝ ਆ ਗਿਆ ਹੋਵੇਗਾ। ਨੈਕਸਟ ਦੇਖੋ ਕੰਪਲੈਕਸ ਸੈਂਟੈਂਸ, ਤਾਂ ਆਪਾਂ ਨੂੰ ਇਹ ਗੱਲ ਵੀ ਪਤਾ ਲੱਗ ਗਈ ਕਿਉਂਕਿ ਆਪਾਂ ਕੱਲ ਵੀ ਇਹੀ ਚੀਜ਼ਾਂ ਦੇਖ ਰਹੇ ਸੀ। ਸਬਜੈਕਟ ਵਰਬ ਕੰਬੀਨੇਸ਼ਨ ਇੰਡੀਪੈਂਡੈਂਟ ਕਲੌਜ਼ ਦੇ ਵਿੱਚ ਹੁੰਦਾ, ਤਾਂ ਆਪਣਾ ਜਿਹੜਾ ਸਿੰਪਲ ਸੈਂਟੈਂਸ ਆ ਉਹ ਕੀ ਆ? ਇੰਡੀਪੈਂਡੈਂਟ ਕਲੌਜ਼, ਮਤਲਬ ਕਿ ਪੇਰੈਂਟਸ। ਤਾਂ ਆਪਾਂ ਇੱਕ ਫੈਮਿਲੀ ਦੇ ਵਿੱਚ ਆ, ਸਪੋਜ਼ ਕਰੋ ਇੱਕ ਫੈਮਿਲੀ ਦੇ ਵਿੱਚ ਆ ਜਿਸ ਦੇ ਵਿੱਚ ਇੱਕ ਪੇਰੈਂਟਸ ਨੇ। ਤਾਂ ਹੁਣ ਆਪਾਂ ਆ ਗਏ ਆ ਜੀ ਕੰਪਲੈਕਸ ਸੈਂਟੈਂਸ ਦੇ ਵਿੱਚ। ਕੰਪਲੈਕਸ ਸੈਂਟੈਂਸ ਕਿਹੜਾ ਹੁੰਦਾ? A sentence that contains one independent at least one dependent clause, ਜਿਸ ਦੇ ਵਿੱਚ ਇੱਕ independent and ਘੱਟੋ ਘੱਟ ਇੱਕ dependent clause ਹੁੰਦੀ ਹੈ। clause in complex sentence are not equal, ਮਤਲਬ ਕਿ ਜਿਹੜੀਆਂ clause ਨੇ ਉਹ ਅਲੱਗ-ਅਲੱਗ ਹੋਣਗੀਆਂ, ਦੋਵਾਂ ਇਕੱਠੀਆਂ ਨਹੀਂ ਹੋ ਸਕਦੀਆਂ, ਮਤਲਬ ਦੋਵੇਂ independent ਨਹੀਂ ਹੋ ਸਕਦੀਆਂ, ਦੋਵੇਂ independent, ਹਾਂਜੀ ਦੋਵੇਂ independent ਨਹੀਂ ਹੋ ਸਕਦੀਆਂ। ਸੇਮ ਆਪਾਂ ਕਿੱਥੋਂ ਐਗਜ਼ਾਮਪਲ ਤੋਂ ਯਾਦ ਰੱਖਣਾ ਕਿ ਜਿੱਦਾਂ ਆਪਣੇ ਹੁਣ ਕੰਪਲੈਕਸ ਸੈਂਟੈਂਸ ਆ, ਇਹਦੇ ਵਿੱਚ ਪੇਰੈਂਟਸ ਹੋ ਸਕਦੇ ਆ ਐਂਡ ਉਹਨਾਂ ਦੇ ਕੀ ਨੇ? ਬੱਚੇ ਨੇ। ਠੀਕ ਹੈ, ਉਹਨਾਂ ਦੇ ਕਿਡਸ ਨੇ, ਕਿਉਂਕਿ ਇਹ ਕਿਹੜੀ ਆ?
ਇਸ ਦੇ ਵਿੱਚ ਇੰਡੀਪੈਂਡੈਂਟ ਵੀ ਹੈ ਐਂਡ ਐਟਲੀਸਟ ਇੱਕ ਡਿਪੈਂਡੈਂਟ ਵੀ ਚਾਹੀਦੀ ਹੈ। ਤਾਂ ਇਹ ਜਿਹੜਾ ਕੰਪਲੈਕਸ ਸੈਂਟੈਂਸ ਆ ਉਹਦੇ ਵਿੱਚ ਇਕੱਲੇ ਪੇਰੈਂਟਸ ਚਾਹੀਦੇ ਸੀ, ਸਿੰਪਲ ਦੇ ਵਿੱਚ। ਕੰਪਲੈਕਸ ਸੈਂਟੈਂਸ ਦੇ ਵਿੱਚ ਆਪਾਂ ਨੂੰ ਇੱਕ ਫੈਮਿਲੀ ਚਾਹੀਦੀ ਹੈ ਜਿਹਦੇ ਵਿੱਚ ਪੇਰੈਂਟਸ ਐਂਡ ਬੱਚੇ ਹੋਣੇ ਚਾਹੀਦੇ ਨੇ। ਹਾਂਜੀ, ਅੱਗੇ ਦੇਖੋ, subordinate conjunctions are used in these types of sentences। ਇੱਥੇ sentences ਆਣਾ ਸੀਗਾ, ਇੱਥੇ ਆਣਾ ਸੀਗਾ sentences, ਠੀਕ ਹੈ ਜੀ, ਇਹ ਟਾਈਪਿੰਗ ਮਿਸਟੇਕ ਹੈ। ਤਾਂ subordinate conjunction ਹੋਣੇ ਯੂਜ਼ ਕੀਤੇ ਜਾਂਦੇ ਨੇ ਇਹਨਾਂ ਵਿੱਚ, ਕਿਉਂਕਿ ਆਪਾਂ ਕੱਲ ਪੜ੍ਹਿਆ ਸੀ ਕਿ ਜਿਹੜੀ ਆਪਣੀ ਡਿਪੈਂਡੈਂਟ ਕਲੌਜ਼ ਸੀ ਉਸ ਦੇ ਅੱਗੇ ਆਪਣੇ ਕੋਈ ਨਾ ਕੋਈ ਕੰਜੰਕਸ਼ਨ ਲੱਗਿਆ ਹੁੰਦਾ ਸੀ, subordinate conjunction, ਜਿੱਦਾਂ ਕੰਪੈਰੀਜ਼ਨ ਦੇ ਲਈ than, rather than, whether, as much, whereas, ਟਾਈਮ ਦੇ ਲਈ after, as soon as, until, whenever, how, what। ਤਾਂ ਇਹ ਸਾਰੇ subordinate conjunction ਹੁੰਦੇ ਨੇ। ਜਦੋਂ ਆਪਾਂ ਕੰਜੰਕਸ਼ਨ ਵਾਲਾ ਟੌਪਿਕ ਕਰਾਂਗੇ ਤਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ। ਹਾਂਜੀ, ਅੱਗੇ ਦੇਖਦੇ ਹਾਂ ਇਹਨਾਂ ਦੇ ਐਗਜ਼ਾਮਪਲ। ਤਾਂ ਦੇਖੋ, she returned the phone, ਉਸਨੇ ਫੋਨ ਵਾਪਸ ਕਰ ਦਿੱਤਾ। she returned the phone after she noticed it was damaged, ਜਦੋਂ ਉਸਨੂੰ ਪਤਾ ਲੱਗਿਆ ਕਿ ਇਹ ਖਰਾਬ ਹੈ, ਇਹ ਡੈਮੇਜ ਹੈ। ਤਾਂ ਇਹਦਾ ਮਤਲਬ ਕਿ ਡੈਮੇਜ ਸੀ। she returned the phone, ਅਗਰ ਆਪਾਂ ਆਫਟਰ ਤੋਂ ਦੇਖੀਏ ਆਪਾਂ ਨੂੰ ਹੁਣੀ ਪਤਾ ਚੱਲਿਆ ਕਿ subordinate ਜਿਹੜਾ subordinate ਕੰਜੰਕਸ਼ਨ ਆ ਉਹ ਇਸ ਦੇ ਅੱਗੇ ਲੱਗਿਆ ਹੋਊਗਾ। ਤਾਂ ਇਟ ਮੀਨਸ ਆਫਟਰ ਇਸ ਦੇ ਅੱਗੇ ਲੱਗਿਆ। ਤਾਂ ਇੱਥੋਂ ਆਪਣੀ ਕਿਹੜੀ ਕਲੌਜ਼ ਸ਼ੁਰੂ ਹੋ ਰਹੀ ਹੈ? ਇੱਥੋਂ ਆਪਣੀ ਕਲੌਜ਼ ਸ਼ੁਰੂ ਹੋ ਰਹੀ ਹੈ ਡਿਪੈਂਡੈਂਟ। after she noticed it was damaged, ਇਸ ਦਾ ਕੋਈ ਮੀਨਿੰਗ ਆਪਾਂ ਨੂੰ ਨਹੀਂ ਮਿਲ ਰਿਹਾ। ਬਾਅਦ ਉਸਨੇ ਡੈਮੇਜ ਕੀਤਾ, ਨੋਟਿਸ ਕੀਤਾ ਸੀ, ਡੈਮੇਜ ਸੀ, ਨੋਟਿਸ ਕੀਤਾ। ਤਾਂ ਆਫਟਰ ਬਾਅਦ ਇਹਦਾ ਕੁਝ ਮੀਨਿੰਗ ਆਪਾਂ ਨੂੰ ਨਹੀਂ ਮਿਲਿਆ। ਤਾਂ ਕਿਹੜੀ ਕਲੌਜ਼ ਆ? ਡਿਪੈਂਡੈਂਟ ਕਲੌਜ਼। ਐਂਡ ਅੱਗੇ ਦੇਖੋ, she returned the phone, she returned the phone, ਇਹ ਇੱਕ ਆਪਾਂ ਨੂੰ ਪ੍ਰੋਪਰ ਮੀਨਿੰਗ ਦੇ ਰਹੀ ਹੈ ਕਿ ਉਸਨੇ ਫੋਨ ਵਾਪਸ ਕਰ ਦਿੱਤਾ। ਇਹ ਆਪਾਂ ਨੂੰ ਕਿਹੜੀ ਕਲੌਜ਼ ਆ? ਇੰਡੀਪੈਂਡੈਂਟ ਕਲੌਜ਼। ਇਹਨਾਂ ਦੋਨਾਂ ਕਲੌਜ਼ਸ ਦੇ ਵਿਚਕਾਰ ਦੇਖੋ ਇੱਕ ਯੂਜ਼ ਹੋ ਰਿਹਾ subordinate conjunction। ਨੈਕਸਟ ਦੇਖੋ, wherever you go, ਜਿੱਥੇ ਜਾਣਾ ਚਾਹੋ, ਤੁਸੀਂ ਜਿੱਥੇ ਵੀ ਜਾਵੋ, you can always find beauty, ਤੁਹਾਨੂੰ ਹਮੇਸ਼ਾ ਸੁੰਦਰਤਾ ਮਿਲੇਗੀ। ਤਾਂ ਹੁਣ ਆਪਾਂ ਕੀ ਦੇਖਦੇ ਹਾਂ? wherever you go, ਅਗਰ ਆਪਾਂ ਇਸ ਨੂੰ ਦੇਖੀਏ ਤਾਂ ਇਸ ਦਾ ਕੋਈ ਪ੍ਰੋਪਰ ਮੀਨਿੰਗ ਆਪਾਂ ਨੂੰ ਨਹੀਂ ਮਿਲਦਾ। ਤਾਂ ਇਹ ਕਿਹੜੀ ਆਪਣੀ ਆ ਗਈ? ਡਿਪੈਂਡੈਂਟ ਕਲੌਜ਼, ਮਤਲਬ ਕਿ ਇਹ ਬੱਚੇ ਨੇ, ਠੀਕ ਹੈ ਜੀ। ਯੂ ਕੈਨ ਆਲਵੇਜ਼ ਫਾਈਂਡ ਬਿਊਟੀ, ਤੁਸੀਂ ਹਮੇਸ਼ਾ ਸੁੰਦਰਤਾ ਲੱਭ ਸਕਦੇ ਹੋ। ਇਹ ਕੀ ਹੋ ਗਈ ਆਪਣੀ? ਇੰਡੀਪੈਂਡੈਂਟ ਕਲੌਜ਼, ਕਿਉਂਕਿ ਆਪਾਂ ਨੂੰ ਇੱਕ ਸਪੈਸੀਫਿਕ ਮੀਨਿੰਗ ਦੇ ਰਹੀ ਹੈ, ਆਪਾਂ ਨੂੰ ਪੂਰੀ ਗੱਲ ਸਮਝਾ ਰਹੀ ਹੈ। ਤਾਂ ਇਹ ਕਿਹੜੀ ਹੈ? ਇਹ ਪੇਰੈਂਟਸ ਐਂਡ ਬੱਚੇ, ਇਹਨਾਂ ਦਾ ਇੱਕ ਵਧੀਆ ਕੰਬੀਨੇਸ਼ਨ ਬਣਿਆ ਹੋਇਆ। ਐਂਡ ਇਹਦੇ ਵਿੱਚ ਕਿਹੜਾ ਕੰਜੰਕਸ਼ਨ ਯੂਜ਼ ਕੀਤਾ ਗਿਆ? wherever, wherever ਕਿਹੜਾ ਕੰਜੰਕਸ਼ਨ ਹੈ? subordinate। ਤਾਂ ਇੱਕ ਗੱਲ ਇੱਥੋਂ ਨੋਟਿਸ ਕੀਤੀ ਕਿ ਦੇਖੋ ਇੱਥੇ ਕੰਜੰਕਸ਼ਨ ਵਿਚਕਾਰ ਆਇਆ ਸੀ, ਇੱਥੇ ਸਟਾਰਟਿੰਗ 'ਚ ਆ ਗਿਆ। ਤਾਂ ਇਟ ਮੀਨਸ subordinate ਕੰਜੰਕਸ਼ਨ ਸਟਾਰਟਿੰਗ 'ਚ ਵੀ ਹੋ ਸਕਦਾ ਹੈ, ਵਿਚਕਾਰ ਵੀ ਹੋ ਸਕਦਾ ਹੈ। ਐਂਡ ਲਾਸਟ ਵਿੱਚ ਮਤਲਬ ਲਾਸਟ ਵਾਲੇ ਜਿਹੜੇ ਆਪਣੀ ਵਿਚਕਾਰ ਹੀ ਆ ਜਾਣਾ ਉਹਨੇ, ਪਿੱਛੇ ਵਾਲੀ 'ਚ। ਅੱਗੇ ਦੇਖੋ, the movie was very interesting, the movie was very interesting, मूवी बहुत इंटरस्टिंग सी, as I expected, जिन्नी मैं सोची। तो as I expected ਆਪਾਂ ਨੂੰ ਕੋਈ ਪ੍ਰੋਪਰ ਮੀਨਿੰਗ ਨਹੀਂ ਦੇ ਰਿਹਾ। ਇਹ ਕਿਹੜੀ ਹੋਗੀ? ਇੰਡੀਪੈਂਡੈਂਟ ਕਲੌਜ਼। ਐਂਡ ਇਹ ਕਿਹੜੀ ਕਲੌਜ਼ ਆ? ਡਿਪੈਂਡੈਂਟ ਕਲੌਜ਼। ਤਾਂ ਇਟ ਮੀਨਸ ਇਹ ਕਿਹੜਾ ਸੈਂਟੈਂਸ ਬਣ ਗਿਆ ਜਿਸ ਦੇ ਵਿੱਚ ਇੰਡੀਪੈਂਡੈਂਟ ਐਂਡ ਡਿਪੈਂਡੈਂਟ ਕਲੌਜ਼ ਹੈ? ਕੰਪਲੈਕਸ। ਕੰਪਲੈਕਸ ਵੀ ਇੱਥੋਂ ਯਾਦ ਰੱਖ ਸਕਦੇ ਹੋ ਕਿ ਜਦੋਂ ਪੇਰੈਂਟਸ ਦੇ ਬੱਚੇ ਛੋਟੇ ਹੁੰਦੇ ਨੇ ਤਾਂ ਉਹਨਾਂ ਦੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਕੰਪਲੀਕੇਸ਼ਨਸ ਆ ਜਾਂਦੀਆਂ ਨੇ, ਤਾਂ ਉਹਨਾਂ ਦੀ ਲਾਈਫ ਕੰਪਲੈਕਸ ਹੋ ਜਾਂਦੀ ਹੈ। ਤਾਂ ਆਪਾਂ ਇੱਥੋਂ ਯਾਦ ਰੱਖ ਸਕਦੇ ਹਾਂ ਕੰਪਲੈਕਸ ਸੈਂਟੈਂਸ ਤੋਂ, ਠੀਕ ਹੈ ਜੀ। ਨੈਕਸਟ ਆਪਣਾ ਜਿਹੜਾ ਹੈਗਾ ਕੰਪਾਊਂਡ ਸੈਂਟੈਂਸ। ਕੰਪਾਊਂਡ ਸੈਂਟੈਂਸ ਕਿਹੜੇ ਸੈਂਟੈਂਸ ਹੁੰਦੇ ਨੇ? ਲੈਟਸ ਦੇਖਦੇ ਹਾਂ ਕਿ ਅ ਸੈਂਟੈਂਸ ਹੈਜ਼ ਐਟਲੀਸਟ 2 ਇੰਡੀਪੈਂਡੈਂਟ ਕਲੌਜ਼ਸ, ਜਿਸ ਦੇ ਵਿੱਚ 2 ਇੰਡੀਪੈਂਡੈਂਟ ਕਲੌਜ਼ਸ, ਮਤਲਬ ਕਿ ਹੁਣ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵੱਡੇ ਹੋ ਗਏ ਨੇ, ਇੰਡੀਪੈਂਡੈਂਟ ਹੋ ਗਏ ਨੇ, ਮਤਲਬ ਉਹ 18+ ਹੋ ਗਏ ਨੇ, ਤਾਂ ਉਹ ਇੰਡੀਪੈਂਡੈਂਟ ਹੋ ਗਏ ਨੇ, ਕੋਈ ਕੰਮ ਕਰਨ ਲੱਗ ਗਏ ਨੇ। ਤਾਂ ਇਹਦਾ ਮਤਲਬ ਉਹਨਾਂ ਦੀ ਜਿਹੜੀ ਫੈਮਿਲੀ ਆ ਉਹਦੇ ਵਿੱਚ ਹੁਣ ਕੰਬੀਨੇਸ਼ਨ ਬਣ ਜਾਣਾ। ਕੀ ਕੰਬੀਨੇਸ਼ਨ ਬਣਨਾ? 2 ਇੰਡੀਪੈਂਡੈਂਟ ਕਲੌਜ਼ਸ ਦਾ। ਹੁਣ ਦੋਨੋਂ ਵੀ ਬੱਚੇ ਵੀ ਇੰਡੀਪੈਂਡੈਂਟ ਨੇ ਐਂਡ ਪੇਰੈਂਟਸ ਵੀ ਇੰਡੀਪੈਂਡੈਂਟ ਨੇ। ਤਾਂ ਇਹਦੇ ਵਿੱਚ ਕੀ ਹੈ? ਦੋਨੇ ਜੁੜੇ ਹੁੰਦੇ ਨੇ। ਕਹਿੰਦੇ ਜਿਹੜੀਆਂ ਇੰਡੀਪੈਂਡੈਂਟ ਕਲੌਜ਼ਸ ਨੇ ਇਹ ਜੁੜੀਆਂ ਹੁੰਦੀਆਂ ਨੇ ਆਪਸ ਦੇ ਵਿੱਚ। ਇਸ ਦੇ These clauses can be joined by coordinating conjunction। ਤੇ ਇਹਨਾਂ ਕੰਜੰਕਸ਼ਨ ਨੂੰ ਕਿਹਦੇ ਨਾਲ ਮਤਲਬ ਜੋੜਿਆ ਜਾਂਦਾ ਹੈ?
ਕੋਆਰਡੀਨੇਟਿੰਗ ਕੰਜੰਕਸ਼ਨ ਆ, ਕਿਉਂਕਿ ਇਹ ਦੋਨੋਂ ਕਲੌਜ਼ਸ ਆਪਸ ਵਿੱਚ ਜੁਆਇਨ ਟੁਗੈਦਰ ਹੁੰਦੀਆਂ ਨੇ ਤਾਂ ਆਪਸ ਵਿੱਚ ਜੁੜਦੀਆਂ ਨੇ, ਵਿਚਾਲੇ ਇੱਕ ਕੰਜੰਕਸ਼ਨ ਯੂਜ਼ ਕੀਤਾ ਜਾਂਦਾ, ਕੋਆਰਡੀਨੇਟਿੰਗ ਕੰਜੰਕਸ਼ਨਸ। ਕੋਆਰਡੀਨੇਟਿੰਗ ਕੰਜੰਕਸ਼ਨਸ ਕਿਹੜੇ ਹੁੰਦੇ ਨੇ, ਹੁਣ ਆਪਾਂ ਪਹਿਲਾਂ ਉਹ ਦੇਖਦੇ ਹਾਂ। ਤਾਂ ਕੋਆਰਡੀਨੇਟਿੰਗ ਕੰਜੰਕਸ਼ਨ ਕਿਹੜੇ ਹੁੰਦੇ ਨੇ, ਫॉर, ਐਂਡ, ਨॉर, ਬਟ, ਔਰ, ਜੈਟ, ਸੋ। ਤੇ ਇਹਨਾਂ ਨੂੰ ਆਪਾਂ ਇੱਕ ਟ੍ਰਿਕ ਨਾਲ ਯਾਦ ਕਰ ਸਕਦੇ ਹਾਂ, ਫੈਨ ਬॉयਜ਼, ਐਫ ਤੋਂ ਫॉर, ए तो एंड तो नॉर, बी तो बट, ओ तो और, एंड वाई तो येट, एंड एस तो सो। तो कोऑर्डिनेटिंग कंजंक्शन बहुत ईजी ने, इन्होंने आप एक ट्रिक के थ्रू याद कर सकते हैं, फैन बॉयज़। हाँ जी, अगे देखते हैं एग्जाम्पल्स इसदियाँ। एग्जाम्पल्स दे विच की है, एवरीवन वॉज बिजी, हर कोई बिजी सी। तो देखो ये एक सबजैक्ट भी है, वर्ब भी है, एंड ये आपां नूं एक प्रॉपर मीनिंग भी दे रहा है। एवरीवन वॉज बिजी, हर कोई बिजी सी। सो आई वेंट टू द मूवी अलोन, इसलिए मैं मूवी देखन कला गया। तो ये भी आपां नूं एक प्रॉपर मीनिंग दे रहा। बट सो दोवें क्लॉजेस आपस दे विच जुड़ रही ने सो द्वारा, ठीक है जी। तो नैक्सट देखो, वी हैव नैवर बीन टू अमेरिका, असी कदे भी अमेरिका नहीं गए, और नॉर वी विजिटड फ्रांस, तो असी ना ही कदे फ्रांस गए। तो देखो ये नॉर जो तुहानूं एक कोआर्डिनेटिंग कंजंक्शन दिखाया सी, दोवें मीनिंग दे रहे हैं एंड दोवें क्लॉजेस इंडिपेंडेंट ने। शी डिडंट चीट ऑन द टेस्ट, उसने टेस्ट दे विच चीटिंग नहीं की। इट वॉज द रॉन्ग थिंग टू डू, यह करना गलत सी। तो उसने इत्थे जिहड़ा फॉर है एक कोआर्डिनेटिंग कंजंक्शन, क्योंकि यह करना गलत सी, इत्थे एक रीजन दे लई बिकॉज दा काम जिहड़ा एक फॉर कर रहा है। तो यह भी आप अगे देखते हैं। कोआर्डिनेटिंग कंजंक्शन फॉर एक रीजन के लिए यूज़ किया जाता, जिद्दां कि आप बिकॉज कहने हैं तो उत्थे फॉर यूज़ होंदा। एंड इक्वल आइडिया और टाइम ऑर्डर के लिए यूज़ किया जाता, नॉर नैगेटिव चॉइसिस या अल्टरनेटिव के लिए किया जाता। बट अगर आप यूज़ करते हैं दो कंजंक्शन दो क्लॉजेस दे विच, तो एक कंट्रास्ट बनाने के लिए और किसी चॉइस के लिए, येट कंट्रास्ट के लिए, एंड सो अ रिजल्ट के लिए यूज़ करते हैं कोआर्डिनेटिंग कंजंक्शन दे विच आपां इंडिपेंडेंट क्लॉजेस दे विचकार। लास्ट जी टाइप साड़ी आ जाती है कंपाउंड कंपलैक्स, जो कि इन्नी इंपॉर्टेंट नहीं है, बट फिर भी आप करांगे। मेन तो तुहाडियां तीन ही होंदियां ने। अ कंपाउंड कंपलैक्स सेंटेंस इज अ सेंटेंस विद टू और मोर इंडिपेंडेंट क्लॉज, जिस दे विच दो इंडिपेंडेंट क्लॉजेस होंदियां ने, एटलीस्ट एक डिपेंडेंट क्लॉज का होना जरूरी है। देखते हैं एग्जाम्पल के थ्रू, कहते सोनिया लव्स हर ब्रदर, सोनिया अपने ब्रदर नूं प्यार करती है, ये किहड़ी क्लॉज आपां नूं मीनिंग दे रही है, इंडिपेंडेंट क्लॉज। एंड ही लव्स हर टू, वो भी उसनूं बहुत प्यार करता है, क्योंकि वो भी ही लव्स हर टू बिकॉज शी पेज हिज बिल, एंड देखो ये एक डिपेंडेंट क्लॉज है, क्यों प्यार करता है, क्योंकि वो उसनूं उसदे बिल पे करती है। तो ये अज दी जिहड़ा साडा सीगा राजे वीडियो। तो नैक्सट दे विच आपां मिलांगे सेंटेंस दीयां जिहड़ियां दूसरियां टाइप्स ने, जिन्हां नूं आपां वाक दे आपां कहने कम दे आधार ते, ठीक है जी, उहदे आधार ते वंडदे आ। तो आप सेंटेंस नूं उसदे पर्पस दे थ्रू किद्दां मतलब डिस्क्राइब कर सकते हैं, ये आपां सीखांगे, ठीक है जी। थैंक यू वेरी मच। अगर तुसी वीडियो दा तुहानूं पसंद आए होवे तो वीडियो नूं लाइक एंड शेयर जरूर करना। अगर तुसी इसका PDF प्राप्त करना चाहते हो तो तुसी साडे जिहड़ा टैलीग्राम चैनल का लिंक तुहानूं डिस्क्रिप्शन दे विच दिता गया, टैलीग्राम दे विच जुड़ के इस वीडियो दे PDF तुसी प्राप्त कर सकते हो। थैंक यू।